ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸੈਭੰ ਗੁਰ ਪ੍ਰਸਾਦ। ਸ਼੍ਰੀ ਨਾਨਕ ਪਾਦ ਪੰਕਜ ਬੰਦਨ ਪਾਦ ਪੰਕਜ ਬੰਦਨਾ ਸਿਮਰੋ ਅੰਗਦ ਦੋਖ ਨਿਕੰਦਨਾ ਅਮਰਦਾਸ ਗੁਰ ਹਿਰਦੇ ਧਿਆਵੋ ਹਿਰਦੇ ਧਿਆਵੋ। ਸ਼੍ਰੀ ਗੁਰੂ ਰਾਮਦਾਸ ਗੁਣ ਗਾਵੋ। ਸ਼੍ਰੀ ਅਰਜਨ ਬਿਘਨਨ ਕੇ ਨਾਸਕ ਬਿਘਨਨ ਕੇ ਨਾਸ਼ਕ ਹਰਿ ਗੋਬਿੰਦ ਸੁਭ ਸਮਤ ਪ੍ਰਕਾਸ਼ਕ। ਸ਼੍ਰੀ ਹਰਿ ਰਾਏ ਨਮੋ ਕਰ ਜੋੜੀ ਨਮੋ ਕਰ ਜੋੜੀ। ਗੁਰ ਹਰਿ ਕ੍ਰਿਸ਼ਨ ਮਨਾਏ ਬਹੋਰੀ। ਤੇਗ ਬਹਾਦਰ ਪਰਮ ਕਿਰਪਾਲਾ ਪਰਮ ਕਿਰਪਾਲਾ। ਸ਼੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ। ਤਰੋ ਤਰਾ ਪਰ ਪੁਨ ਪੁਨ ਸੀਸਾ ਪੁਨ ਪੁਨ ਸੀਸਾ। ਬੰਦੋਂ ਬਾਰ ਬਾਰ ਜਗਦੀਸ਼ਾ। ਜਿਸ ਮੈਂ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਬੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਏਕ ਓੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸਨ ਸੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸਨ ਸੋਏ। ਜੁਗੋ ਜੁਗ ਅਟਲ ਚਬਰ ਚਬਰ ਤਖਤ ਦੇ ਮਾਲਕ ਗੁਰਤਾ ਗੱਦੀ ਤੇ ਬਿਰਾਜਮਾਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਮਿਲ ਬੈਠੇ ਅਤ ਸਤਿਕਾਰ ਯੁਗ ਸਤਸੰਗੀ ਜਨੋ, ਸਤਿਗੁਰਾਂ ਜੀ ਦੀ ਅਪਾਰ ਬਖਸ਼ਿਸ਼ ਹੈ, ਸਤਿਗੁਰਾਂ ਜੀ ਦੀ ਅਪਾਰ ਰਹਿਮਤ ਹੈ, ਜਿਸ ਦੇ ਸਦਕਾ ਅਸੀਂ ਰੋਜ਼ਾਨਾ ਹੀ ਸਤਿਗੁਰਾਂ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਮਿਲ ਬੈਠ ਕੇ ਜਿੱਥੇ ਗੁਰਬਾਣੀ ਕੀਰਤਨ ਦਾ ਲਾਹਾ ਰਹਿੰਦੇ ਹਾਂ, ਉਸ ਦੇ ਨਾਲ ਨਾਲ ਗੁਰ ਇਤਿਹਾਸ ਤੋਂ ਵੀ ਜਾਣੂ ਹੋਣ ਦਾ ਯਤਨ ਕਰਦੇ ਹਾਂ। ਪਿਛਲੇ ਕੁਝ ਦਿਨਾਂ ਤੋਂ ਅਸੀਂ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਵਿੱਚੋਂ ਸ੍ਰੀ ਗੁਰੂ ਨਾਨਕ ਪ੍ਰਕਾਸ਼ ਦੇ ਪੂਰਵ ਰਾਤ ਦੇ ਅਧਿਆਇ ਚੌਥੇ ਦੀ ਕਥਾ ਜੋ ਅਸੀਂ ਪਿਛਲੇ ਦਿਨਾਂ ਤੋਂ ਆਰੰਭ ਕੀਤੀ ਸੀ ਉਹ ਕਰ ਰਹੇ ਹਾਂ। ਕੱਲ ਦੇ ਦੀਵਾਨਾਂ ਤੱਕ
ਅਸੀਂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਨਾਮਕਰਨ ਬਾਬਤ ਜੋ ਵਿਚਾਰ, ਜੋ ਪ੍ਰਸੰਗ ਆਪ ਜੀਆਂ ਦੇ ਨਾਲ ਸਾਂਝਾ ਕੀਤਾ ਸੀ, ਉਹ ਵਿਚਾਰ ਅਸੀਂ ਇੱਕ ਵਾਰ ਫਿਰ ਦੁਹਰਾ ਲਈਏ ਤਾਂ ਜੋ ਸਾਨੂੰ ਅੱਜ ਦੇ ਦੀਵਾਨ ਵਿੱਚ ਇਸ ਪ੍ਰਸੰਗ ਨੂੰ ਸਮਝਣ ਦੇ ਵਿੱਚ ਕੁਝ ਸੋਖ ਮਹਿਸੂਸ ਹੋ ਸਕੇ। ਕੱਲ੍ਹ ਦੇ ਦੀਵਾਨਾਂ ਤੱਕ ਅਸੀਂ ਇਹ ਵਿਚਾਰ ਸਰਵਣ ਕਰ ਚੁੱਕੇ ਹਾਂ ਕਿ ਕਿਸ ਤਰ੍ਹਾਂ ਮਹਿਤਾ ਕਾਲੂ ਦਾਸ ਜੀ ਨੇ ਪੰਡਿਤ ਹਰਦਿਆਲ ਜੀ ਅੱਗੇ ਬੇਨਤੀ ਕੀਤੀ ਸੀ ਕਿ ਬੱਚੇ ਦਾ ਨਾਮਕਰਨ ਕੀਤਾ ਜਾਵੇਗਾ ਤੇ ਉਸ ਨਾਮਕਰਨ ਦੇ ਬਾਬਤ ਤੁਸੀਂ ਕੋਈ ਚੰਗਾ ਜਿਹਾ ਨਾਮ ਸਾਨੂੰ ਦੱਸਣਾ ਕਰੋ ਤਾਂ ਜੋ ਅਸੀਂ ਬੱਚੇ ਦਾ ਨਾਮਕਰਨ ਕਰ ਸਕੀਏ। ਤਾਂ ਪੰਡਿਤ ਹਰਦਿਆਲ ਜੀ ਮਹਿਤਾ ਕਾਲੂ ਦਾਸ ਜੀ ਨੂੰ ਬੇਨਤੀ ਕਰਦੇ ਨੇ ਕਿ ਜੋ ਤੁਹਾਡੀ ਬੇਦੀ ਕੁਲ ਦੀ ਰੀਤ ਹੈ ਉਸ ਦੇ ਮੁਤਾਬਕ ਜੋ ਤੁਸੀਂ ਖੁਸ਼ੀ ਦੇ ਸੰਬੰਧ ਦੇ ਵਿੱਚ ਜੋ ਕਾਰਜ ਕਰਦੇ ਹੋ ਉਹ ਕਾਰਜ ਤੁਸੀਂ ਨਿਰੰਤਰ ਜਾਰੀ ਰੱਖੋ। ਤੇ ਨਾਲ ਹੀ ਪੰਡਿਤ ਹਰਦਿਆਲ ਜੀ ਨੇ ਬੇਨਤੀ ਕੀਤੀ ਸੀ ਵੀ ਜੇਕਰ ਘਰ ਦੇ ਵਿੱਚ ਕੋਈ ਲੋੜਵੰਦ, ਕੋਈ ਮੰਗਣ ਵਾਲਾ ਆਉਂਦਾ ਹੈ ਤਾਂ ਉਸ ਨੂੰ ਨਾ ਨਹੀਂ ਕਰਨੀ। ਜਿਹੋ ਜਿਹੀ ਇੱਛਾ ਲੈ ਕੇ ਕੋਈ ਆਉਂਦਾ ਹੈ ਉਸ ਨੂੰ ਉਸ ਦੇ ਮੁਤਾਬਕ, ਉਸ ਦੀ ਇੱਛਾ ਦੇ ਮੁਤਾਬਕ ਉਸ ਨੂੰ ਸੁਗਾਤ ਭੇਟ ਕੀਤੀ ਜਾਵੇ। ਫਿਰ ਜਦੋਂ ਪੰਡਿਤ ਹਰਦਿਆਲ ਜੀ ਨੇ ਕੁਝ ਦਿਨ ਬੀਤ ਜਾਣ ਤੋਂ ਬਾਅਦ ਮਹਿਤਾ ਕਾਲੂ ਦਾਸ ਜੀ ਦੇ ਘਰ ਦੇ ਵਿੱਚ ਵਾਪਸ ਜਾਂਦੇ ਨੇ ਤਾਂ ਜਾ ਕੇ ਮਹਿਤਾ ਕਾਲੂ ਦਾਸ ਜੀ ਨੂੰ ਆਖਦੇ ਨੇ ਕਿ ਮੈਂ ਆਪਣੇ ਜੋਤਿਸ਼ ਵਿਦਿਆ ਦੇ ਅਨੁਸਾਰ, ਆਪਣੀ ਸਮਝ ਦੇ ਅਨੁਸਾਰ ਇਸ ਬਾਲਕ ਦਾ ਨਾਮ ਨਾਨਕ ਰੱਖਣ ਬਾਰੇ ਸੋਚਿਆ ਹੈ। ਤਾਂ ਮਹਿਤਾ ਕਾਲੂ ਦਾਸ ਜੀ ਪੰਡਿਤ ਹਰਦਿਆਲ ਜੀ ਨੂੰ ਆਖਦੇ ਨੇ ਕਿ ਇਹ ਜਿਹੜਾ ਨਾਮ ਹੈ ਇਹ ਰਲਿਆ ਮਿਲਿਆ ਨਾਮ ਹੈ, ਭਾਵ ਇਹ ਨਾਮ ਹਿੰਦੂ ਵੀ ਰੱਖ ਲੈਂਦੇ ਨੇ ਤੇ ਇਹ ਨਾਮ ਮੁਸਲਮਾਨਾਂ ਨੇ ਵੀ ਰੱਖੇ ਹੋਏ ਨੇ। ਤੇ ਇਸ ਕਰਕੇ ਮਹਿਤਾ ਕਾਲੂ ਦਾਸ ਜੀ ਪੰਡਿਤ ਜੀ ਨੂੰ ਆਖਦੇ ਨੇ ਕਿ ਇਹ ਅਸੀਂ ਨਾਮ ਇਹ ਨਹੀਂ ਰੱਖਾਂਗੇ। ਤੇ ਫਿਰ ਪੰਡਿਤ ਹਰਦਿਆਲ ਜੀ ਕਿਸ ਤਰ੍ਹਾਂ ਮਹਿਤਾ ਕਾਲੂ ਦਾਸ ਜੀ ਨੂੰ ਇਸ ਨਾਮ ਦੇ ਬਾਬਤ ਅਰਥ ਸਮਝਾਉਂਦੇ ਨੇ, ਉਸ ਪ੍ਰਸੰਗ ਦੀ ਵਿਚਾਰ ਅਸੀਂ ਅੱਜ ਦੇ ਦੀਵਾਨਾਂ ਦੇ ਵਿੱਚ ਆਰੰਭ ਕਰਾਂਗੇ। ਵਿਚਾਰਾਂ ਦੀ ਆਰੰਭਤਾ ਕਰਨ ਤੋਂ ਪਹਿਲਾਂ ਗੁਰੂ ਕਲਗੀਧਰ ਪਿਤਾ ਜੀ ਵੱਲੋਂ ਬਖਸ਼ੀ ਹੋਈ ਫਤਿਹ ਦੇ ਨਾਲ ਸਾਂਝ ਪਾ ਲਈਏ ਜੀ। ਦੋਵੇਂ ਹੱਥ ਜੋੜ ਕੇ ਪਿਆਰ ਅਤੇ ਸਤਿਕਾਰ ਨਾਲ ਫਤਿਹ ਪ੍ਰਵਾਨ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਪੂਰਬ ਰਾਖੇ ਨਾਮ ਜੇ ਪਸ਼ ਹਿੰਦੂਅਨ ਜੋਏ, ਸੋ ਤੁਮ ਹਿਰਦੈ ਵਿਚਾਰਿ ਕੈ ਕਹੋ ਨ ਤਰਕ ਕੋਏ। ਕਹਿੰਦੇ ਕਿ ਹਿੰਦੂਆਂ ਦੇ ਵਿੱਚ ਜੋ ਪਹਿਲਾ ਨਾਮ ਰੱਖੇ ਜਾਂਦੇ ਸਨ ਨਾ, ਅਜਿਹੇ ਨਾਮ ਹਿਰਦੇ ਵਿੱਚ ਵਿਚਾਰ ਕੇ ਕਿਸੇ ਤਰਕ ਤੋਂ ਰਹਿਤ, ਕਿਸੇ ਤਰਕ ਦੇ ਨਾਲ ਜਾਂ ਤਰਕ ਤੋਂ ਬਗੈਰ ਇਹ ਨਾਮ ਸਾਨੂੰ ਦੱਸਣਾ ਕਰੋ। ਕਿਉਂਕਿ ਮਹਿਤਾ ਕਾਲੂ ਦਾਸ ਜੀ ਬੇਨਤੀ ਕਰਦੇ ਨੇ ਕਿ ਇਹ ਨਾਮ ਆਮ ਤੌਰ ਦੇ ਉੱਤੇ ਹਿੰਦੂਆਂ ਦੇ ਵਿੱਚ ਵੀ ਪ੍ਰਚਲਿਤ ਸੀ ਤੇ ਮੁਸਲਮਾਨਾਂ ਦੇ ਵਿੱਚ ਵੀ ਪ੍ਰਚਲਿਤ ਹੈ, ਤੇ ਸਾਨੂੰ ਕੋਈ ਚੰਗਾ ਜਿਹਾ ਨਾਮ ਦੱਸਣਾ ਕਰੋ। ਚੌਪਈ ਸੁਨਿਓ ਸ਼੍ਰੋਣ ਦਿਜ ਬਚਨ ਉਚਾਰਾ, ਜਹ ਤੁਮਰੋ ਸੁਤ ਵੱਡ ਅਵਤਾਰਾ। ਜਦੋਂ ਪੰਡਿਤ ਹਰਦਿਆਲ ਜੀ ਨੇ ਮਹਿਤਾ ਕਾਲੂ ਦਾਸ ਜੀ ਦੇ ਕੋਲ ਇਹ ਵਚਨ ਸਰਵਣ ਕੀਤੇ ਵੀ ਅਸੀਂ ਇਹ ਨਾਮ ਨਹੀਂ ਰੱਖਾਂਗੇ, ਤੁਸੀਂ ਕੋਈ ਹੋਰ ਨਾਮ ਵਿਚਾਰ ਕੇ ਸਾਨੂੰ ਦੱਸੋ, ਤਾਂ ਪੰਡਿਤ ਹਰਦਿਆਲ ਜੀ ਆਖਦੇ ਨੇ ਕਿ ਸੁਣੋ ਸ਼੍ਰੋਣ ਦਿਜ ਬਚਨ ਉਚਾਰਾ, ਕਿ ਹੇ ਮਹਿਤਾ ਕਾਲੂ ਦਾਸ ਜੀ ਆਪਣੇ ਕੰਨਾਂ ਦੇ ਨਾਲ ਚੰਗੀ ਤਰ੍ਹਾਂ ਇਹ ਵਿਚਾਰ ਸੁਣੋ। ਜੇ ਤੁਮਰੋ ਸੁੱਤ ਵੱਡ ਅਵਤਾਰਾ, ਜਿਹੜਾ ਤੁਹਾਡਾ ਸੁੱਤ ਹੈ ਨਾ, ਤੁਹਾਡਾ ਪੁੱਤਰ ਹੈ, ਇਹ ਕੋਈ ਵੱਡਾ ਅਵਤਾਰ ਹੈ, ਇਸ ਨੂੰ ਵੱਡਾ ਅਵਤਾਰ ਮੰਨੋ। ਰਾਮ ਕ੍ਰਿਸ਼ਨ ਅਵਤਾਰ ਜੋ ਹਰ ਕਾ, ਪੂਜਤ ਹਿੰਦ ਨ ਮਾਨਹਿ ਤੁਰਕਾ। ਕਹਿੰਦੇ ਜਿਵੇਂ ਸਮੇਂ ਦੇ ਉੱਤੇ ਸ਼੍ਰੀ ਰਾਮ ਚੰਦਰ ਜੀ ਨੇ ਵੀ ਅਵਤਾਰ ਧਾਰਨ ਕੀਤਾ, ਸ਼੍ਰੀ ਕ੍ਰਿਸ਼ਨ ਜੀ ਨੇ ਵੀ ਹਰੀ ਦਾ ਅਵਤਾਰ ਧਾਰਨ ਕੀਤੇ ਸਨ,
ਪਰ ਉਹਨਾਂ ਦੋਨਾਂ ਅਵਤਾਰਾਂ ਨੂੰ ਸ਼੍ਰੀ ਰਾਮ ਕ੍ਰਿਸ਼ਨ ਜੀ ਨੂੰ ਸ਼੍ਰੀ ਕ੍ਰਿਸ਼ਨ ਜੀ ਨੂੰ, ਸ਼੍ਰੀ ਰਾਮਚੰਦਰ ਜੀ ਨੂੰ ਵੀ ਹਿੰਦੂਆਂ ਨੇ ਹੀ ਕੇਵਲ ਪੂਜਿਆ, ਉਹਨਾਂ ਨੂੰ ਮੁਸਲਮਾਨਾਂ ਨੇ ਨਹੀਂ ਪੂਜਿਆ। ਪੂਜੇ ਹਿੰਦ ਨਾ ਮਾਨੇ ਤੁਰਕਾ, ਕਿ ਉਹਨਾਂ ਨੂੰ ਤੁਰਕਾਂ ਨੇ ਭਾਵ ਇਸਲਾਮ ਮਤ ਦੇ ਨਾਲ ਸੰਬੰਧਿਤ ਰੱਖਣ ਵਾਲਿਆਂ ਨੂੰ ਉਹਨਾਂ ਨੇ ਆਪਣਾ ਪੀਰ ਨਹੀਂ ਮੰਨਿਆ। ਇਸ ਕੋ ਮਾਨਹਿਗੇ ਦੋ ਹਿੰਦ ਤੁਰਕ ਸਿੱਖ ਹੋਏ ਸਭ ਕੋ। ਕਹਿੰਦੇ ਪਰ ਇਸ ਬਾਲਕ ਨੂੰ ਜਿਹੜਾ ਤੁਹਾਡੇ ਘਰ ਦੇ ਵਿੱਚ ਜਨਮਿਆ ਹੈ ਨਾ, ਇਸ ਬਾਲਕ ਨੂੰ ਦੋਵੇਂ ਮਤ ਜਿਹੜੇ ਨੇ ਉਹ ਪੂਜਣਗੇ, ਦੋਵੇਂ ਵਿਚਾਰਧਾਰਾ ਦੇ ਲੋਕ ਇਸ ਦੀ ਪੂਜਾ ਕਰਨਗੇ। ਭਾਵ ਜਿਹੜੇ ਹਿੰਦੂ ਨੇ ਉਹ ਆਪਣਾ ਦੇਵਤਾ ਮੰਨਣਗੇ ਤੇ ਮੁਸਲਮਾਨ ਜਿਹੜੇ ਨੇ ਉਹ ਇਹਨਾਂ ਨੂੰ ਗੁਰੂ ਪੀਰ ਪੈਗੰਬਰ ਕਰਕੇ ਇਹਨਾਂ ਨੂੰ ਜਾਣਨਗੇ, ਇਹਨਾਂ ਦੀ ਪੂਜਾ ਕਰਨਗੇ। ਹਿੰਦੂ ਤੁਰਕ ਸਿੱਖ ਹੋਏ ਸਭ ਕੋ, ਵੀ ਜਿਹੜੇ ਹਿੰਦੂ ਨੇ ਤਾਂ ਜਿਹੜੇ ਤੁਰਕ ਨੇ ਸਾਰੇ ਦੇ ਸਾਰੇ ਜਿਹੜੇ ਨੇ ਇਹ ਇਹਨਾਂ ਦੀ ਸਿੱਖਿਆ ਧਾਰਨ ਕਰਨਗੇ, ਇਹਨਾਂ ਦੇ ਸਿੱਖ ਸੇਵਕ ਬਣਨਗੇ। ਹਿੰਦੂਆਂ ਵਿੱਚੋਂ ਵੀ ਤੇ ਇਸਲਾਮ ਮਤ ਦੇ ਜਿਹੜੇ ਤੁਰਕ ਨੇ ਇਹਨਾਂ ਦੇ ਵਿੱਚੋਂ ਵੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੀ ਸਿੱਖੀ ਧਾਰਨ ਕਰਨਗੇ। ਇਸ ਕਰਕੇ ਮੈਂ ਤੁਹਾਨੂੰ ਇਹ ਨਾਮ ਰੱਖਣ ਦੇ ਲਈ ਆਖਦਾ ਹਾਂ। ਇਸਕੇ ਚਰਨ ਪੋਤ ਕੀ ਨਿਆਈ ਪਰ ਹੈ ਪਰਮਾਰਥ ਪਾਈ। ਇਹ ਕਹਿੰਦੇ ਇਸ ਬਾਲਕ ਦੇ ਜਿਹੜੇ ਚਰਨ ਨੇ ਨਾ, ਪੋਤ ਦਾ ਭਾਵ ਹੁੰਦਾ ਜਹਾਜ਼, ਕਿ ਇਸ ਬਾਲਕ ਦੇ ਚਰਨ ਜਿਹੜੇ ਨੇ ਉਹ ਜਹਾਜ਼ ਦੇ ਵਾਂਗ ਨੇ। ਭਾਵ ਜਿਹੜਾ ਵੀ ਮਨੁੱਖ ਇਹਨਾਂ ਦੇ ਚਰਨਾਂ ਦੇ ਨਾਲ ਜੁੜੇਗਾ, ਜਿਹੜਾ ਵੀ ਮਨੁੱਖ ਇਸ ਬਾਲਕ ਦੇ ਚਰਨਾਂ ਦਾ ਧਿਆਨ ਧਰੇਗਾ ਨਾ, ਉਹ ਇਸ ਦੁਨਿਆਵੀ ਭਵਸਾਗਰ ਨੂੰ ਜਿਹੜਾ ਹੈ ਪਾਰ ਕਰਕੇ ਮੁਕਤੀ ਪ੍ਰਾਪਤ ਕਰ ਲਵੇਗਾ। ਇਹੋ ਜੀ ਸ਼ਖਸੀਅਤ ਦੇ ਮਾਲਕ ਨੇ ਤੁਹਾਡੇ ਘਰ ਦੇ ਵਿੱਚ ਜਨਮ ਲੈਣ ਵਾਲੇ। ਦੋਨਾਂ ਮਤਾਂ ਦੇ ਵਿੱਚ ਇਹਨਾਂ ਦੀ ਜੈ ਜੈਕਾਰ ਹੋਵੇਗੀ। ਦੋਨੋਂ ਮਤ ਇਹਨਾਂ ਨੂੰ ਪੂਜਨੀਕ ਸਮਝਣਗੇ, ਇਹਨਾਂ ਦੀ ਪੂਜਾ ਕਰਨਗੇ। ਕੋਈ ਇਹਨਾਂ ਨੂੰ ਆਪਣਾ ਦੇਵਤਾ ਕਰਕੇ ਮੰਨੇਗਾ ਤੇ ਕੋਈ ਇਹਨਾਂ ਨੂੰ ਗੁਰੂ ਪੀਰ ਕਰਕੇ ਇਹਨਾਂ ਦੀ ਆਰਾਧਨਾ ਕਰੇਗਾ। ਸੰਗਤ ਕਰਹਿ ਤਰਹਿ ਪਵ ਸਾਗਰ ਸਗਲ ਜਗਤ ਮੈਂ ਹੋਏ ਉਜਾਗਰ। ਇਹ ਕਹਿੰਦੇ ਜਿਹੜਾ ਇਹਨਾਂ ਦੀ ਸੰਗਤ ਕਰੇਗਾ ਨਾ, ਉਹ ਇਸ ਭਵ ਸਾਗਰ ਤੋਂ ਤਰ ਪਵੇਗਾ। ਇਹ ਪੰਡਿਤ ਹਰਦਿਆਲ ਜੀ ਮਹਿਤਾ ਕਾਲੂ ਦਾਸ ਜੀ ਨੂੰ ਉਹਨਾਂ ਦੇ ਪੁੱਤਰ ਦੇ ਬਾਬਤ ਸਮਝਾਉਂਦੇ ਨੇ ਵੀ ਮੈਂ ਇਹਨਾਂ ਦਾ ਨਾਮ ਨਾਨਕ ਕਿਉਂ ਰੱਖਣਾ ਚਾਹੁੰਦਾ ਹਾਂ, ਮੈਂ ਕਿਉਂ ਇਹ ਨਾਮ ਚੁਣਿਆ, ਕਿਉਂਕਿ ਇਸ ਪੁੱਤਰ ਦੇ ਨਾਲ ਜਿਹੜਾ ਵੀ ਤੁਹਾਡੇ ਨਾਲ ਜੁੜੇਗਾ ਨਾ, ਜਿਹੜਾ ਇਹਨਾਂ ਦੀ ਸ਼ਰਨ ਦੇ ਵਿੱਚ ਆਵੇਗਾ, ਇਸ ਸੰਸਾਰ ਤੋਂ, ਇਸ ਭਵ ਸਾਗਰ ਤੋਂ ਤਰ ਜਾਵੇਗਾ। ਸਕਲ ਜਗਤ ਮੈਂ ਹੋਏ ਉਜਾਗਰ, ਕਿ ਉਹਨਾਂ ਦਾ ਨਾਮ ਸਾਰੇ ਸੰਸਾਰ ਦੇ ਵਿੱਚ ਉਜਾਗਰ ਹੋ ਜਾਵੇਗਾ। ਬਹੁਤ ਨਨ ਕੋ ਕਰੇ ਉਦਾਰਾ ਨਾਮ ਭਗਤ ਦੇ ਦਾਨ ਉਦਾਰਾ। ਕਿ ਕਹਿੰਦੇ ਇਹ ਬਹੁਤ ਮਨੁੱਖਾਂ ਦਾ ਉਦਾਰ ਕਰਨਗੇ, ਬਹੁਤ ਮਨੁੱਖਾਂ ਦਾ ਪਾਰ ਉਤਾਰਾ ਕਰਨਗੇ। ਨਾਮ ਭਗਤ ਦੇ ਦਾਨ ਉਦਾਰਾ, ਤੇ ਆਪਣੇ ਭਗਤਾਂ ਨੂੰ ਨਾਮ ਦਾਨ ਦੀ ਬਖਸ਼ਿਸ਼ ਕਰਨਗੇ ਤੇ ਉਹਨਾਂ ਦੀ ਝੋਲੀ ਦੇ ਵਿੱਚ ਪਰਮਾਤਮਾ ਦੇ ਨਾਮ ਦੀ ਦਾਤ ਪਾਣਗੇ। ਤੇ ਇਸ ਦੇ ਨਾਲ ਜਿਹੜੇ ਮਨੁੱਖ ਨੇ ਉਹਨਾਂ ਦਾ ਪਾਰ ਉਤਾਰਾ ਹੋ ਜਾਵੇਗਾ। ਦੋਹਰਾ ਵਣ ਤ੍ਰਿਣ ਭੂਮਿ ਆਕਾਸ਼ ਮਹਿ ਹੋਏ ਅਦਕ ਪ੍ਰਤਾਪ ਪਰਮ ਪੁਰਾਤਨ ਪੁਰਖ ਪਰ ਮਾਨਵ ਕਰਹਿ ਜਾਪ। ਵਣ ਤ੍ਰਿਣ ਦਾ ਭਾਵ ਹੈ ਜੰਗਲ ਤੇ ਜੰਗਲ ਦੀਆਂ ਜੜੀਆਂ ਬੂਟੀਆਂ। ਭੂਮ ਦਾ ਭਾਵ ਹੁੰਦਾ ਭੂਮੀ, ਆਕਾਸ਼ ਦਾ ਭਾਵ ਆਸਮਾਨ। ਕਹਿੰਦੇ ਵੀ ਇਹਨਾਂ ਦਾ ਜੰਗਲਾਂ, ਜੜੀਆਂ ਬੂਟੀਆਂ, ਭੂਮੀ ਤੇ ਆਕਾਸ਼ ਦੇ ਉੱਤੇ ਬਹੁਤ ਵੱਡਾ ਜਸ ਤੇ ਪ੍ਰਤਾਪ ਹੋਵੇਗਾ ਇਸ ਬਾਲਕ ਦਾ। ਪਰਮ ਪੁਰਾਤਨ ਪੁਰਖ ਪਰ ਮਾਨਵ ਕਰੇ ਜਾਪ, ਕਿ ਜਿਹੜੇ ਵੀ ਮਨੁੱਖ ਨੇ ਨਾ, ਇਸ ਪਰਮ ਮਨੁੱਖ ਦਾ ਮਨੁੱਖੀ ਜਾਤੀ ਦੇ ਵਿੱਚ ਜਾਪ ਕਰੇਗੀ। ਮਨੁੱਖੀ ਜਾਤੀ ਇਹਨਾਂ ਦੀ ਆਰਾਧਨਾ ਕਰੇਗੀ, ਇਹਨਾਂ ਦੀ ਪੂਜਾ ਕਰੇਗੀ। ਚੌਪਈ ਗੋਗਰ ਸਾਗਰ ਮਾਰਗ ਦੇਈ ਨਿਸਬਾਸੁਰ ਆਇਸ ਮਹਸੇਈ। ਗੋ ਦਾ ਭਾਵ ਹੁੰਦਾ ਪ੍ਰਿਥਵੀ, ਤੇ ਗਿਰ ਦਾ ਭਾਵ ਹੁੰਦਾ ਪਹਾੜ, ਤੇ ਸਾਗਰ ਦਾ ਭਾਵ ਹੁੰਦਾ ਸਮੁੰਦਰ। ਕਹਿੰਦੇ ਪ੍ਰਿਥਵੀ, ਪਹਾੜ, ਸਮੁੰਦਰ ਇਸ ਬਾਲਕ ਨੂੰ ਰਾਹ ਦੇਣਗੇ, ਇਹਨਾਂ ਦੇ ਵਿੱਚ ਰੁਕਾਵਟ ਨਹੀਂ ਆਵੇਗੀ। ਨਿਸ ਦਾ ਭਾਵ ਹੁੰਦਾ ਰਾਤ, ਤੇ ਬਾਸੁਰ ਦਾ ਭਾਵ ਹੁੰਦਾ ਦਿਨ। ਕਿ ਕਹਿੰਦੇ ਰਾਤ ਦੇ ਦਿਨ ਜਿਹੜੇ ਨੇ ਨਾ, ਉਹ ਵੀ ਇਹਨਾਂ ਦੀ ਆਗਿਆ ਦੇ ਵਿੱਚ ਚੜ੍ਹਨਗੇ, ਉਹ ਵੀ ਇਹਨਾਂ ਦੀ ਆਗਿਆ ਦੇ ਵਿੱਚ ਰਹਿਣਗੇ। ਕਰ ਵਿਚਾਰਿਓ ਨਾਨਕ ਨਾਮਾ
याते मैं राख्यो अबिरामा। ਪੰਡਿਤ ਹਰਦਿਆਲ ਜੀ ਮਹਿਤਾ ਕਾਲੂਦਾਸ ਜੀ ਨੂੰ ਆਖਦੇ ਨੇ ਕਿ ਤੁਸੀਂ ਹੁਣ ਹਿਰਦੇ ਦੇ ਵਿੱਚ ਨਾਨਕ ਨਾਮ ਦੇ ਬਾਰੇ ਵਿਚਾਰ ਕਰਕੇ ਦੇਖੋ ਵੀ ਮੈਂ ਕਿਸ ਕਰਕੇ ਇਹ ਨਾਨਕ ਨਾਮ ਹੀ ਚੁਣਿਆ ਸੀ। ਇਸ ਕਰਕੇ ਕਹਿੰਦੇ ਮੈਂ ਇਹਨਾਂ ਦਾ ਸੁੰਦਰ ਨਾਂ ਰੱਖਿਆ ਸੀ, ਕਿਉਂਕਿ ਇਹਨਾਂ ਦੀ ਦੋਨਾਂ ਜਗਤਾਂ ਦੇ ਵਿੱਚ ਵੀ ਪੂਜਾ ਹੋਣੀ ਹੈ, ਦੋਨਾਂ ਮਤਾਂ ਦੇ ਲੋਕ ਵੀ ਇਹਨਾਂ ਦੀ ਪੂਜਾ ਕਰਨਗੇ, ਯੁਗਾਂ ਯੁਗਾਂਤਰਾਂ ਤੱਕ ਇਹਨਾਂ ਦੇ ਨਾਮ ਦੀ ਆਰਾਧਨਾ ਕਰਨਗੇ, ਤੇ ਹਿੰਦੂ ਤੇ ਮੁਸਲਮਾਨਾਂ ਦੇ ਵਿੱਚੋਂ ਵੀ ਜਿਹੜੇ ਨੇ ਉਹ ਇਹਨਾਂ ਦੀ ਸਿੱਖੀ ਧਾਰਨ ਕਰਨਗੇ। ਅਸੀਂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਇਤਿਹਾਸ ਤੋਂ ਜਾਣੂ ਹਾਂ ਕਿ ਕਿੰਨੇ ਹੀ ਲੋਕਾਂ ਦਾ ਉਧਾਰ, ਕਿੰਨੇ ਹੀ ਪਾਪੀਆਂ ਦਾ ਉਧਾਰ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਕੀਤਾ। ਕੁਝ ਕੁ ਜਿਹੜੇ ਇਹ ਸਮਝਦੇ ਸਨ ਨਾ ਵੀ ਅਸੀਂ ਦੁਨੀਆ ਨੂੰ ਲੁੱਟ ਲੱਗ ਕੇ ਖਾ ਜਾਵਾਂਗੇ, ਉਹ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੀ ਇੱਕ ਝਲਕ ਦੇ ਨਾਲ ਹੀ ਸਭ ਕੁਝ ਢਹਿ ਢੇਰੀ ਕਰਕੇ ਬੈਠ ਗਏ, ਆਪਣਾ ਆਪ ਉਹਨਾਂ ਦੇ ਚਰਨਾਂ ਦੇ ਵਿੱਚ ਸੌਂਪ ਦਿੱਤਾ। ਤੇ ਇਸੇ ਤਰ੍ਹਾਂ ਪੰਡਿਤ ਹਰਦਿਆਲ ਜੀ ਕਹਿੰਦੇ ਨੇ ਕਿ ਇਸ ਕਰਕੇ ਮੈਂ ਇਹਨਾਂ ਦਾ ਨਾਮ ਨਾਨਕ ਨਾਮ ਰੱਖਣ ਬਾਰੇ ਸੋਚਿਆ ਹੈ। ਤੁਸੀਂ ਇੱਕ ਵਾਰੀ ਹਿਰਦੇ ਦੇ ਵਿੱਚ ਇਹ ਵਿਚਾਰ ਕਰਕੇ ਦੇਖੋ। ਹਿੰਦੂ ਤੁਰਕ ਜਪਹਿਗੇ ਦੋ, ਸਮਲ ਨਾਮ ਇਹ ਜਨ ਸੋ। ਕਹਿੰਦੇ ਕਿ ਇਸ ਨਾਮ ਨੂੰ ਹਿੰਦੂ ਤੁਰਕ ਦੋਵੇਂ ਹੀ ਇਸ ਨਾਮ ਦਾ ਜਾਪ ਕਰਨਗੇ, ਦੋਵੇਂ ਹੀ ਇਸ ਨਾਮ ਦੀ ਆਰਾਧਨਾ ਕਰਨਗੇ। ਤੇ ਕਹਿੰਦੇ ਕਿ ਇਸ ਨਾਮ ਨੂੰ ਤੁਸੀਂ ਬੀਜ ਦੇ ਵਾਂਗ ਸਮਝੋ, ਵੀ ਚਾਹੇ ਇੱਕ ਛੋਟਾ ਜਿਹਾ ਜਿਸ ਤਰ੍ਹਾਂ ਬੀਜ ਹੁੰਦਾ ਨਾ, ਉਹ ਜਦੋਂ ਬੀਜ ਫਿਰ ਇੱਕ ਰੁੱਖ ਦਾ ਰੂਪ ਧਾਰਨ ਕਰ ਲੈਂਦਾ ਤਾਂ ਸਾਰੇ ਹੀ ਉਸ ਦੀ ਛਾਂ ਦੇ ਵਿੱਚ ਆ ਕੇ ਬੈਠਦੇ ਨੇ ਤੇ ਕਈ ਉਸ ਤੋਂ ਫਲ ਵੀ ਪ੍ਰਾਪਤ ਕਰ ਲੈਂਦੇ ਨੇ। ਤੇ ਇਸੇ ਤਰ੍ਹਾਂ ਕਹਿੰਦੇ ਵੀ ਇਹ ਨਾਮ ਇੱਕ ਬੀਜ ਦਾ ਕਾਰਜ ਕਰੇਗਾ। ਭਵ ਪਤਰੀ ਮੈਂ ਇਹ ਸ਼ੁਭ ਬਾਤਾ, ਜੋ ਹੇਰੀ ਸੋ ਪਾਖੀ ਖਿਆਤਾ। ਕਿ ਕਹਿੰਦੇ ਜਨਮ ਪੱਤਰੀ ਦੇ ਵਿੱਚ ਜਦੋਂ ਅਸੀਂ ਇਹ ਸਾਰਾ ਕੁਝ ਜੋ ਕੁਝ ਲਿਖਿਆ ਹੈ ਨਾ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਨਾਮ ਦੇ ਬਾਬਤ, ਕਹਿੰਦੇ ਜਿਹੜਾ ਵੀ ਮਨੁੱਖ, ਜਿਹੜਾ ਵੀ ਇਨਸਾਨ ਇਸ ਜਨਮ ਪੱਤਰੀ ਦੇ ਦਰਸ਼ਨ ਕਰੇਗਾ ਨਾ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਨਾਮ ਦੇ ਬਾਬਤ, ਇਹ ਸ਼ੁਭ ਗੱਲਾਂ ਜਿਹੜੀਆਂ ਨੇ ਅਸੀਂ ਕੀਤੀਆਂ ਨੇ ਇਹ ਵੇਖੇਗਾ ਜਾਂ ਇਹੋ ਜਿਹੀਆਂ ਗੱਲਾਂ ਕਰੇਗਾ ਨਾ, ਤਾਂ ਕਹਿੰਦੇ ਉਸ ਨੂੰ ਵੀ ਜਿਹੜਾ ਹੈ ਗਿਆਨ ਪ੍ਰਾਪਤ ਹੋਵੇਗਾ, ਉਹ ਵੀ ਉਸ ਦੇ ਅੰਦਰ ਵੀ ਗਿਆਨ ਪ੍ਰਗਟ ਹੋ ਜਾਵੇਗਾ। ਕਾਲੂ ਕੂਰ ਨ ਲਖੀਐ ਕੋ, ਕਹੀਂ ਸਾਚ ਨਿਸ਼ਚੈ ਹੋਏ ਸੋ। ਕੂਰ ਦਾ ਭਾਵ ਹੁੰਦਾ ਝੂਠ। ਵੀ ਹੇ ਮਹਿਤਾ ਕਾਲੂ ਜੀ, ਇਸ ਗੱਲ ਨੂੰ ਤੁਸੀਂ ਝੂਠੀ ਨਾ ਸਮਝੋ, ਮੈਂ ਸੱਚੀ ਹੀ ਕਹਿ ਰਿਹਾ ਹਾਂ ਕਿ ਤੁਸੀਂ ਆਪਣੇ ਹਿਰਦੇ ਦੇ ਵਿੱਚ ਨਿਸ਼ਚਿੰਤ ਹੋ ਜਾਵੋ। ਜੋ ਕੁਝ ਵੀ ਮੈਂ ਤੁਹਾਨੂੰ ਵਿਚਾਰ ਤੁਹਾਨੂੰ ਦੱਸੀ ਹੈ ਨਾ, ਇਸ ਨੂੰ ਝੂਠੀ ਨਾ ਜਾਣਿਓ, ਆਪਣੇ ਹਿਰਦੇ ਦੇ ਵਿੱਚ ਨਿਸ਼ਚਿਤ ਹੋ ਜਾਓ, ਕਿਸੇ ਵੀ ਤਰ੍ਹਾਂ ਦੀ ਫਿਕਰ ਨਾ ਕਰਿਓ। ਮੈਂ ਬਹੁਤ ਸੋਚ ਵਿਚਾਰ ਕੇ ਤੁਹਾਨੂੰ ਇਹ ਨਾਮ ਦੱਸਣਾ ਕੀਤਾ ਹੈ। ਨਾਨਕ ਨਾਮ ਅਰਥ ਤਹਿ ਸੁਣੀਏ, ਪਰਮ ਬਰਨ ਬਰ ਉਰ ਮਹਿ ਗੁਣੀਏ। ਤੇ ਹੁਣ ਪੰਡਿਤ ਹਰਦਿਆਲ ਜੀ ਆਖਦੇ ਨੇ ਕਿ ਮਹਿਤਾ ਕਾਲੂਦਾਸ ਜੀ, ਮੈਂ ਤੁਹਾਨੂੰ ਨਾਨਕ ਸ਼ਬਦ ਦੇ ਅਰਥ ਵੀ ਦੱਸ ਦਿੰਦਾ ਹੈ, ਇਸ ਨਾਨਕ ਸ਼ਬਦ ਦੇ ਅਰਥ ਕਰਕੇ ਵੀ ਦੱਸ ਦਿੰਦਾ ਹੈ। ਪਰਮ ਬਰਨ ਬਰ ਉਰ ਮਹਿ ਗੁਣੀਏ, ਬੜੇ ਸ੍ਰੇਸ਼ਟ ਅੱਖਰ ਹਿਰਦੇ ਵਿੱਚ ਵਿਚਾਰੀਏ। ਇਹ ਜਿਹੜਾ ਨਾਨਕ ਅੱਖਰ ਹੈ ਨਾ, ਮੈਂ ਤੁਹਾਨੂੰ ਹੁਣ ਇਸ ਦੇ ਅਰਥ ਕਰਕੇ ਸਮਝਾਉਣਾ ਵੀ ਅਸਲ ਦੇ ਵਿੱਚ ਇਸ ਨਾਨਕ ਅੱਖਰ ਦਾ ਅਰਥ ਕੀ ਬਣਦਾ ਹੈ। ਕਵਿਤ ਪਰਾਕ ਜੋ ਨਕਾਰ ਨਾ ਪੁਮਾਨੇ ਆ ਵਿਧਾਨ, ਜਾਣ ਤਾਹੂ ਤੇ ਅਕਾਰ ਲੈ ਅਨਕ ਪੁਣ ਤੀਨ ਹੈ। ਹੁਣ ਅਸੀਂ ਜਦੋਂ ਨਾਨਕ ਲਿਖਾਂਗੇ ਨਾ, ਨੰਨੇ ਨੂੰ ਕੰਨਾ, ਨੰਨਾ ਤੇ ਕੱਕਾ, ਜਿਹੜੀ ਨੰਨੇ ਦੇ ਨਾਲ ਕੰਨਾ ਹੈ ਉਸ ਦਾ ਭਾਵ ਹੁੰਦਾ ਹੈ ਮਾਤਰਾ, ਤੇ ਨੰਨੇ ਨੂੰ ਕੰਨਾ ਨਾ ਅਸੀਂ ਜੇ ਇਕੱਲਾ ਪੜ੍ਹੀਏ ਤਾਂ ਨੰਨੇ ਤੇ ਐੜੇ ਦੀ ਆਵਾਜ਼ ਆਉਂਦੀ ਹੈ। ਤਾਂ ਇੱਥੇ ਪੰਡਿਤ ਹਰਦਿਆਲ ਜੀ ਹੁਣ ਅਰਥ ਕਰਕੇ ਸਮਝਾਉਣਾ ਕਰਦੇ ਨੇ ਕਿ ਕਹਿੰਦੇ ਜਿਹੜਾ ਪਹਿਲਾ ਅੱਖਰ ਹੈ ਨਾ, ਜੋ ਨੰਨਾ ਹੈ, ਉਸ ਦਾ ਭਾਵ ਹੈ ਪੁਰਖ। ਨੰਨੇ ਦਾ ਅਰਥ ਹੈ ਪੁਰਖ। ਇਸ ਪਹਿਲੇ ਨੰਨੇ ਦੇ ਨਾਲ ਜਿਹੜਾ ਕਹਿੰਦੇ ਨੇ ਵੀ ਕੰਨਾ ਲੱਗਿਆ, ਉਸ ਨੂੰ ਐੜਾ ਸਮਝਣਾ ਪਵੇਗਾ। ਨੰਨੇ ਦੇ ਨਾਲ ਜਿਹੜਾ ਕੰਨਾ ਲੱਗ ਗਿਆ, ਉਸ ਦੀ ਮਾਤਰਾ ਦਾ ਉਚਾਰਨ ਵੀ ਅਸੀਂ ਨਾ ਐੜੇ ਦੀ ਆਵਾਜ਼ ਆਉਂਦੀ ਹੈ, ਤੇ ਕਹਿੰਦੇ ਇਸ ਨੂੰ ਐੜਾ ਸਮਝੋ। ਦੂਸਰੇ ਨਕਾਰ ਤੇ ਨਿਕਾਰ ਕਹਿ ਆਕਾਰ ਕਰ ਭਇਓ ਅਨ ਅਕ ਚਾਰ ਬਰਨ ਸੋਕੀਨ ਹੈ। ਤੇ ਜਿਸ ਤਰ੍ਹਾਂ ਕਹਿੰਦੇ ਨੇ ਵੀ ਪਹਿਲਾ ਅੱਖਰ ਨੰਨੇ ਦਾ ਭਾਵ ਹੋ ਗਿਆ ਪੁਰਖ,
ਤੇ ਉਸ ਦੇ ਨਾਲ ਜਿਹੜਾ ਨੰਨੇ ਦੇ ਨਾਲ ਕੰਨਾ ਲੱਗਿਆ ਉਸ ਨੂੰ ਐੜਾ ਕਰਕੇ ਸਮਝੋ। ਤੇ ਕਹਿੰਦੇ ਇਸ ਤਰ੍ਹਾਂ ਜਿਹੜਾ ਅਗਲਾ ਸ਼ਬਦ ਬਣ ਗਿਆ, ਪਹਿਲੇ ਨੰਨੇ ਨੂੰ ਛੱਡ ਕੇ ਕੰਨੇ ਤੋਂ ਲੈ ਕੇ ਨੰਨਾ ਕੱਕਾ ਬਣ ਗਿਆ ਅਣਕ। ਤੇ ਫਿਰ ਇਸ ਦੀ ਵਿਚਾਰ ਕਰਦੇ ਨੇ ਕਿ ਅਣਕ ਪਦ ਬਣ ਗਿਆ, ਅਣਕ ਸ਼ਬਦ ਬਣ ਗਿਆ। ਤੇ ਇਸ ਦੇ ਵਿੱਚ ਜਿਹੜਾ ਦੂਜਾ ਨੰਨਾ ਹੈ, ਭਾਵ ਦੂਜੇ ਨੰਨੇ ਦੇ ਵਿੱਚ ਦੂਜਾ ਐੜਾ ਹੈ, ਉਹਨਾਂ ਦੇ ਨਾਲ ਉਹਨਾਂ ਨੇ ਦੋ ਸ਼ਬਦ, ਤਿੰਨ ਅੱਖਰ ਬਣਦੇ ਨੇ, ਦੋ ਨੰਨੇ ਤੇ ਇੱਕ ਕੰਨਾ, ਇੱਕ ਕੱਕਾ। ਤੇ ਨੰਨੇ ਦੇ ਨਾਲ ਜਿਹੜਾ ਪਹਿਲਾ ਕੰਨਾ ਲੱਗਾ ਸੀ ਉਹਨਾਂ ਨੇ ਅੰਨ ਬਣ ਗਿਆ, ਐੜਾ ਤੇ ਨੰਨਾ, ਤੇ ਚਾਰ ਸ਼ਬਦ ਬਣ ਗਏ। ਤੇ ਜਿਹੜਾ ਕੱਕਾ ਸੀ ਉਹਦੇ ਨਾਲ ਵੀ ਉਹ ਕਹਿੰਦੇ ਵੀ ਅਗਲੇ ਉਚਾਰਨ ਦੇ ਨਾਲ ਵੀ ਨਾ ਨਕ, ਤੇ ਨਕ ਦੇ ਵਿੱਚ ਵੀ ਐੜੇ ਦੀ ਆਵਾਜ਼ ਆਉਂਦੀ ਹੈ, ਐੜੇ ਦਾ ਉਚਾਰਨ ਹੁੰਦਾ ਹੈ। ਤੇ ਉਹ ਉਹਨਾਂ ਨੇ ਦੋ ਸ਼ਬਦ ਹੋਰ ਬਣ ਗਏ, ਅੰਨ ਤੇ ਅਕ, ਭਾਵ ਇਹ ਚਾਰ ਸ਼ਬਦ ਜਿਹੜੇ ਸੀ ਦੋ ਪਦਿਆਂ ਦੇ ਵਿੱਚ ਜਿਹੜੇ ਇਹ ਚਾਰ ਅੱਖਰ ਬਣ ਗਏ ਨੇ। ਅਕ ਨਾਮ ਦੁਖ ਕੋ ਬਿਦਤ ਹੈ ਜਗਤ ਮਤ, ਜਾ ਨਰ ਕੋ ਨਹੀਂ ਦੁਖ ਸਦ ਸੁਖ ਲੀਨ ਹੈ। ਇਹ ਕਹਿੰਦੇ ਜਿਹੜਾ ਅਕ ਦਾ ਅਰਥ ਹੁੰਦਾ ਹੈ ਨਾ, ਉਸ ਦਾ ਭਾਵ ਹੈ ਦੁੱਖ, ਤੇ ਅੰਨ ਦਾ ਅਰਥ ਹੈ ਨਹੀਂ। ਤੇ ਹੁਣ ਇਸ ਪੂਰੇ ਸ਼ਬਦ ਦਾ ਜਿਹੜਾ ਅਰਥ ਬਣਦਾ ਹੈ, ਐਸੋ ਇਹ ਨਾਨਕ ਕੇ ਨਾਮ ਕੋ ਅਰਥ ਚੀਨ, ਸਤ ਚਿੰਦ ਆਨੰਦ ਨਿਤ ਭਗਤ ਅਧੀਨ ਹੈ। ਤੇ ਕਹਿੰਦੇ ਉਹ ਜਿਹੜਾ ਨਾਨਕ ਅੱਖਰ ਹੈ ਨਾ, ਭਾਵ ਉਸ ਦਾ ਮਤਲਬ ਇਹ ਬਣਿਆ, ਨੰਨੇ ਦਾ ਭਾਵ ਸੀ ਪੁਰਖ, ਅੰਨ ਦਾ ਭਾਵ ਸੀ ਜਿਹੜਾ ਸੀ ਉਸ ਨੂੰ ਦੁੱਖ ਨਹੀਂ ਆਉਂਦਾ, ਅਕ ਦਾ ਭਾਵ ਸੀ ਦੁੱਖ ਤੇ ਅੰਨ ਦਾ ਭਾਵ ਸੀ ਨਹੀਂ, ਕਿ ਇਸ ਪੁਰਖ ਨੂੰ ਕੋਈ ਵੀ ਜਿਹੜਾ ਦੁੱਖ ਨਹੀਂ ਆਵੇਗਾ। ਨਾਨਕ ਦਾ ਅਰਥ ਇਹ ਬਣਦਾ ਹੈ। ਤੇ ਇਸ ਤਰ੍ਹਾਂ ਪੰਡਿਤ ਹਰਦਿਆਲ ਜੀ ਨੇ ਮਹਿਤਾ ਕਾਲੂ ਦਾਸ ਜੀ ਨੂੰ ਇਸ ਨਾਨਕ ਸ਼ਬਦ ਦੇ ਅਰਥ ਕਰਕੇ ਵੀ ਸਮਝਾਏ ਵੀ ਇਸ ਸ਼ਬਦ ਦਾ ਅਰਥ ਬਣਦਾ ਹੈ ਵੀ ਇਸ ਪੁਰਖ ਨੂੰ ਕਦੇ ਵੀ ਜ਼ਿੰਦਗੀ ਦੇ ਵਿੱਚ ਕਿਸੇ ਤਰ੍ਹਾਂ ਦਾ ਦੁੱਖ ਨਹੀਂ ਆਵੇਗਾ। ਦੋਹਰਾ ਪਰਮ ਹਰਖ ਕਾਲੂ ਕਰਤ, ਸੁਨ ਦਿਜ ਬਰ ਕੇ ਬੈਨ, ਸਾਦਰ ਦੀਨੋ ਪਾਇਨ ਗਇਓ ਬੋਹਰ ਨਿਜ ਐਨ। ਜਦੋਂ ਪੰਡਿਤ ਹਰਦਿਆਲ ਜੀ ਨੇ ਨਾ ਮਹਿਤਾ ਕਾਲੂ ਦਾਸ ਜੀ ਨੂੰ ਨਾਨਕ ਸ਼ਬਦ ਦੇ ਅਰਥ ਕਰਕੇ ਸਮਝਾਏ, ਤੇ ਨਾਲ ਦੀ ਨਾਲ ਜਿਹੜੀ ਬਾਕੀ ਦੀ ਵਿਚਾਰਧਾਰਾ ਵੀ ਦੱਸੀ ਵੀ ਇਹਨਾਂ ਦੀ ਦੋਨਾਂ ਮੱਤਾਂ ਦੇ ਲੋਕ ਜਿਹੜੇ ਨੇ ਪੂਜਾ ਕਰਨਗੇ, ਹਿੰਦੂ ਤੇ ਮੁਸਲਮਾਨ ਵੀ ਇਹਨਾਂ ਦੇ ਸੇਵਕ ਹੋਣਗੇ। ਤੇ ਜਦੋਂ ਇਸ ਨਾਨਕ ਸ਼ਬਦ ਦੇ ਅਰਥ ਮਹਿਤਾ ਕਾਲੂ ਦਾਸ ਜੀ ਨੇ ਪੰਡਿਤ ਹਰਦਿਆਲ ਜੀ ਦੇ ਕੋਲੋਂ ਸਰਵਣ ਕੀਤੇ ਤਾਂ ਕਹਿੰਦੇ ਹਿਰਦੇ ਦੇ ਵਿੱਚ ਬੜੇ ਹੀ ਪ੍ਰਸੰਨ ਹੁੰਦੇ ਨੇ। ਸਾਦਰ ਦਾ ਭਾਵ ਹੁੰਦਾ ਆਦਰ, ਕਹਿੰਦੇ ਬੜੇ ਆਦਰ ਦੇ ਨਾਲ ਪੰਡਿਤ ਹਰਦਿਆਲ ਜੀ ਦੀ ਜਿਹੜੀ ਭੇਟਾ ਬਣਦੀ ਸੀ ਨਾ, ਜੋਤਿਸ਼ ਵਿਦਿਆ ਜਾਂ ਹੋਰ ਵੀ ਜਿਹੜੇ ਵੀ ਕਾਰਜ ਕੀਤੇ ਸਨ, ਉਸ ਦੇ ਮੁਤਾਬਕ ਜਿਹੜੀ ਉਹਨਾਂ ਦੀ ਭੇਟਾ ਸੀ, ਉਹ ਸਾਰੀ ਦੀ ਸਾਰੀ ਭੇਟਾ ਪੰਡਿਤ ਹਰਦਿਆਲ ਜੀ ਪ੍ਰਾਪਤ ਕਰਕੇ ਆਪਣੇ ਘਰ ਚਲਾ ਗਿਆ। ਚੌਪਈ ਜਾਪਤ ਦਿਜਬਰ ਹਿਰਦੈ ਵਿਚਾਰਤ, ਕਟੀ ਗਿਣਤ ਹੋਵਤ ਅਤ ਆਰਤ। ਜਦੋਂ ਹੁਣ ਜਾਂਦੇ ਹੋਏ ਨਾ ਪੰਡਿਤ ਜੀ ਹਰਦਿਆਲ ਜੀ ਆਪਣੇ ਮਨ ਦੇ ਵਿੱਚ ਵਿਚਾਰ ਕਰਦੇ ਨੇ, ਤੇ ਆਪਣੀ ਜਿਹੜੀ ਜ਼ਿੰਦਗੀ ਦੀ ਗਿਣਤੀ ਸੀ ਨਾ ਉਹ ਗਿਣਨੀ ਸ਼ੁਰੂ ਕਰ ਦਿੰਦੇ, ਤੇ ਮਨ ਦੇ ਵਿੱਚ ਬੜੇ ਹੀ ਦੁਖੀ ਹੁੰਦੇ ਨੇ। ਦੇਹ ਬ੍ਰਿਧ ਵੀ ਪੈਸ ਬਿਹਾਵਾ, ਜਾਂ ਤੇ ਪਿਓ ਮੁਝ ਮਨ ਪਛਤਾਵਾ। ਤੇ ਮਨ ਦੇ ਵਿੱਚ ਦੁਖੀ ਕਿਸ ਗੱਲ ਕਰਕੇ ਹੁੰਦੇ ਨੇ, ਤੇ ਕਹਿੰਦੇ ਵੀ ਮੇਰਾ ਸਰੀਰ ਜਿਹੜਾ ਹੈ ਹੁਣ ਬੁੱਢਾ ਹੋ ਗਿਆ, ਤੇ ਇਸ ਕਰਕੇ ਮੇਰੇ ਮਨ ਦੇ ਵਿੱਚ ਬੜਾ ਪਛਤਾਵਾ ਹੈ। ਕਿਉਂਕਿ ਪੰਡਿਤ ਹਰਦਿਆਲ ਜੀ ਨੇ ਪਹਿਚਾਣ ਕਰ ਲਈ ਸੀ ਨਾ ਉਹਨਾਂ ਦੇ ਲੱਛਣਾਂ ਤੋਂ, ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਲੱਛਣਾਂ ਤੋਂ, ਸਰੀਰ ਦਿਆਂ ਤੋਂ, ਵੀ ਇਹ ਕੋਈ ਮਹਾਨ ਪੁਰਖ ਹੈ। ਉਹ ਮਨ ਦੇ ਵਿੱਚ ਵਿਚਾਰ ਕਰਦੇ ਨੇ ਵੀ ਪਤਾ ਨਹੀਂ ਲੱਗ ਰਿਹਾ ਵੀ ਮੈਨੂੰ ਇਹ ਵਿਸ਼ਨੂੰ ਜੀ ਦਾ ਅਵਤਾਰ ਇਹੋ ਜਿਹਾ ਸੀ ਜਾਂ ਸ਼ਿਵ ਜੀ ਦਾ ਅਵਤਾਰ ਇਹੋ ਜਿਹਾ ਸੀ। ਕਹਿੰਦੇ ਕਿਸੇ ਅਵਤਾਰ ਨੇ ਇਸ ਧਰਤੀ ਦੇ ਉੱਤੇ ਅਵਤਾਰ ਧਾਰਨ ਕੀਤਾ, ਕਿਸੇ ਰੂਪ ਦੇ ਵਿੱਚ ਪਰਮਾਤਮਾ ਨੇ ਅਵਤਾਰ ਧਾਰਨ ਕੀਤਾ ਹੈ। ਹੁਣ ਪੰਡਿਤ ਹਰਦਿਆਲ ਜੀ ਨੇ ਆਪ ਉਹਨਾਂ ਦਾ ਨਾਮਕਰਨ ਕੀਤਾ, ਆਪ ਨਾਮ ਦੀ ਚੋਣ ਕੀਤੀ, ਤੇ ਨਾਮ ਦੀ ਵਿਚਾਰ ਵੀ ਗੁਰੂ ਨਾਨਕ ਸਾਹਿਬ ਜੀ ਦੇ ਪਿਤਾ ਜੀ ਨੂੰ ਸਮਝਾਉਣੀ ਕੀਤੀ। ਤੇ ਸਾਰਾ ਕੁਝ ਜਦੋਂ ਹੁਣ ਪੰਡਿਤ ਹਰਦਿਆਲ ਜੀ ਜਾਣਦੇ ਨੇ ਤਾਂ ਉਹਨਾਂ ਦੇ ਮਨ ਦੇ ਵਿੱਚ ਇੱਕ ਵਿਚਾਰ ਚੱਲ ਗਈ ਵੀ ਮੈਂ ਹੁਣ ਬਜ਼ੁਰਗ ਹੋ ਗਿਆ, ਮੇਰੀ ਉਮਰ ਵਡੇਰੀ ਹੋ ਗਈ, ਤੇ ਸਾਹ ਦਾ ਮੈਨੂੰ ਕੋਈ ਭਰੋਸਾ ਨਹੀਂ, ਤੇ ਮੈਂ ਇਸ ਕਰਕੇ ਮਨ ਦੇ ਵਿੱਚ ਬਹੁਤ ਦੁਖੀ ਹਾਂ। ਨਹਿ ਦੇਖਬ ਮੈਂ ਇਹ ਪ੍ਰਤਾਪੂ, ਪੂਰਵ ਸੂਰਤ ਪੰਡਿਤ ਆਪੂ। ਤੇ ਹੁਣ ਦੁਖੀ ਹੋਣ ਦਾ ਕਾਰਨ ਕੀ ਸੀ? ਜਿੱਥੇ ਉਮਰ ਵਡੇਰੀ ਹੋ ਗਈ ਨਾ, ਉਹ ਕਹਿੰਦੇ ਵੀ ਜਦੋਂ ਇਸ ਬਾਲਕ ਨੇ ਵੱਡਾ ਹੋਣਾ ਹੈ ਨਾ, ਦੁਨੀਆ ਦੇ ਉੱਤੇ ਕੌਤਕ ਕਰਨੇ ਨੇ, ਮੈਂ ਕੌਤਕਾਂ ਤੋਂ ਵਾਂਝਾ ਰਹਿ ਜਾਵਾਂਗਾ। ਪਤਾ ਨਹੀਂ ਕਦੋਂ ਉਸ ਪਰਮਾਤਮਾ ਦਾ ਮੈਨੂੰ ਸੱਦਾ ਆ ਜਾਵੇ ਤੇ ਮੈਂ ਇਸ ਕੌਤਕਾਂ ਤੋਂ ਵਾਂਝਾ ਰਹਿ ਜਾਵਾਂਗਾ। ਪੰਡਿਤ ਆਪ ਆਪਣੇ ਆਪ ਦੇ ਵਿੱਚ ਵੀ ਬਹੁਤ ਝੂਰਦਾ ਹੈ, ਆਪਣੇ ਆਪ ਦੇ ਵਿੱਚ ਬਹੁਤ ਹੀ ਦੁਖੀ ਹੁੰਦੇ ਨੇ ਵੀ ਮੈਂ ਇਹਨਾਂ ਕੌਤਕਾਂ ਤੋਂ ਵਾਂਝਾ ਰਹਿ ਜਾਵਾਂਗਾ।
ਕੋ ਲਗ ਮੈਂ ਜੀਵੋ ਜਗ ਮਾਹੀ, ਪੂਰਨ ਪਾਕ ਹੈ ਕਿ ਮਮ ਨਹੀਂ। ਕਹਿੰਦੇ ਵੀ ਕਦੋਂ ਤੱਕ ਮੈਂ ਇਸ ਜੱਗ ਦੇ ਵਿੱਚ ਜਿਉਂਦਾ ਰਵਾਂਗਾ, ਕਦੋਂ ਤੱਕ ਮੈਂ ਇਸ ਜਗਤ ਦੇ ਵਿੱਚ ਹਾਂ। ਕਹਿੰਦੇ ਪਤਾ ਨਹੀਂ ਮੇਰੇ ਪੂਰਨ ਭਾਗ ਹਨ ਜਾਂ ਨਹੀਂ, ਵੇ ਮੈਂ ਇਹ ਚੀਜ਼ਾਂ, ਇਹ ਕੌਤਕ ਜਿਹੜੇ ਨੇ ਆਪਣੀ ਅੱਖੀ ਦੇਖ ਸਕਾਂਗਾ। ਸਿਸਤਾ ਤਜਿਆ ਵੇ ਤਰ ਨਾਹੀ, ਉਤਰੇ ਨਰ ਬੋ ਸੰਗਤ ਪਾਹੀ। ਤੇ ਪੰਡਿਤ ਹਰਦਿਆਲ ਜੀ ਆਖਦੇ ਨੇ ਕਿ ਬਾਲਪਨ ਛੱਡ ਕੇ ਜਵਾਨੀ ਆਉਂਦੀ ਹੈ। ਬੱਚੇ ਦਾ ਬਚਪਨ ਨਿਕਲ ਜਾਂਦਾ ਤਾਂ ਮਨੁੱਖ ਦੇ ਉੱਤੇ ਫਿਰ ਜਵਾਨੀ ਆ ਜਾਂਦੀ। ਤੇ ਪਰ ਕਹਿੰਦੇ ਨੇ ਵੀ ਜਿਹੜਾ ਉਧਾਰ ਹੁੰਦਾ ਨਾ ਮਨੁੱਖ ਦਾ, ਜਿਹੜੀ ਮਨੁੱਖ ਦੀ ਮੁਕਤੀ ਹੁੰਦੀ ਹੈ ਨਾ, ਉਹ ਸੰਗਤ ਦੇ ਵਿੱਚ ਬੈਠ ਕੇ ਹੀ, ਸੰਗਤ ਦੇ ਵਿੱਚ ਵਿਚਰ ਕੇ ਹੀ ਮਨੁੱਖ ਆਪਣੀ ਜੀਵਨ ਦੇ ਵਿੱਚ ਮੁਕਤੀ ਪ੍ਰਾਪਤ ਕਰਦਾ ਹੈ। ਅਸੀਂ ਗੁਰਬਾਣੀ ਦੇ ਅਨੁਸਾਰ ਵੀ ਜਦੋਂ ਅਸੀਂ ਵਿਚਾਰ ਕਰਦੇ ਨਾ, ਤਾਂ ਗੁਰਬਾਣੀ ਦੇ ਅਨੁਸਾਰ ਜਿਹੜੀ ਮੁਕਤੀ ਹੈ ਮਨੁੱਖ ਨੇ ਜਿਉਂਦੇ ਜੀ ਵੀ ਪ੍ਰਾਪਤ ਕਰਨੀ ਹੈ। ਵਿਕਾਰਾਂ ਦੇ ਵੱਲੋਂ ਮੁਕਤ ਹੋਣਾ, ਵਿਕਾਰਾਂ ਤੋਂ ਰਹਿਤ ਹੋ ਕੇ ਆਪਣਾ ਜੀਵਨ ਜਿਹੜਾ ਹੈ ਨਿਰਵਾਹ ਕਰਨਾ ਹੈ। ਇਸੇ ਤਰ੍ਹਾਂ ਪੰਡਿਤ ਹਰਦਿਆਲ ਜੀ ਵੀ ਮਨ ਦੇ ਵਿੱਚ ਵਿਚਾਰ ਕਰਦੇ ਨੇ ਤੇ ਕਹਿੰਦੇ ਨੇ ਵੀ ਬਚਪਨ ਤੋਂ ਬਾਅਦ ਜਵਾਨੀ ਆ ਜਾਂਦੀ, ਭਾਵ ਉਮਰ ਵੱਧਦੀ ਜਾਂਦੀ ਹੈ। ਉਮਰ ਵਧਣ ਦੇ ਨਾਲ ਨਾਲ ਜਿਹੜੀ ਅਸਲ ਦੇ ਵਿੱਚ ਸਰੀਰ ਦੇ ਜਿਹੜੇ ਕਾਰਜ ਨੇ, ਜਾਂ ਅਸੀਂ ਹੋਰ ਵਿਕਾਰਾਂ ਦੇ ਵਸ ਪੈ ਜਾਂਦੇ ਹਾਂ, ਕਹਿੰਦੇ ਇਹਨਾਂ ਚੀਜ਼ਾਂ ਤੋਂ ਜਿਹੜੀ ਮੁਕਤੀ ਹੈ ਉਹ ਸੰਗਤ ਦੇ ਵਿੱਚ ਵਿਚਰ ਕੇ ਹੀ ਆਉਂਦੀ ਹੈ। ਬਿਨੇ ਕਰੋ ਮੈਂ ਕਰਹਿ ਉਦਾਰਾ, ਭਵ ਬੰਧਨ ਤੇ ਹੋਏ ਛੁਟਕਾਰਾ। ਹੁਣ ਪੰਡਿਤ ਹਰਦਿਆਲ ਜੀ ਕਹਿੰਦੇ ਨੇ ਕਿ ਮੈਂ ਇਸ ਲਈ ਮੈਂ ਬੇਨਤੀ ਕਰਦਾ ਹਾਂ ਕਿ ਮੇਰਾ ਉਧਾਰ ਹੋ ਜਾਵੇ ਤੇ ਮੈਂ ਇਸ ਸੰਸਾਰਕ ਬੰਧਨਾਂ ਤੋਂ ਵੀ ਛੁਟਕਾਰਾ ਪਾ ਜਾਵਾਂ। ਦੂਜੇ ਪਾਸੇ ਮਨ ਦੇ ਵਿੱਚ ਇਹ ਵੀ ਵਿਚਾਰ ਚੱਲ ਰਹੀ ਵੀ ਕਿਤੇ ਇਹਨਾਂ ਦੇ ਮੈਂ ਕੌਤਕ ਦੇਖ ਲਵਾਂ ਤੇ ਮੈਨੂੰ ਉਮਰ ਥੋੜੀ ਵਡੇਰੀ ਮਿਲ ਜਾਵੇ। ਤੇ ਦੂਜੇ ਪਾਸੇ ਕਹਿੰਦੇ ਨੇ ਵੀ ਇਹ ਵੀ ਗੱਲ ਜ਼ਰੂਰੀ ਹੈ ਵੀ ਮੈਂ ਇਸ ਸੰਸਾਰ ਦੇ ਵਿੱਚੋਂ ਛੁਟਕਾਰਾ ਪਾਉਣਾ ਚਾਹੁੰਦਾ, ਮੁਕਤੀ ਪ੍ਰਾਪਤ ਕਰਨੀ ਚਾਹੁੰਦਾ ਹਾਂ। ਦੋਹਰਾ ਅੰਤਰਜਾਮੀ ਜਾਨਹੀ, ਮਾਮੂਰ ਕੀਜੇ ਬਾਲ, ਲੀਲਾ ਕਸ਼ਕ ਦਿਖਾਏ ਮੁਝ, ਦੇਹ ਉਪਦੇਸ਼ ਦਿਆਲ। ਹੁਣ ਪੰਡਿਤ ਹਰਦਿਆਲ ਜੀ ਇੱਥੇ ਆਖਦੇ ਨੇ ਕਿ ਜਿਸ ਤਰ੍ਹਾਂ ਅਸੀਂ ਪਿਛਲੇ ਪ੍ਰਸੰਗ ਦੇ ਵਿੱਚ ਵੀ ਵਿਚਾਰ ਸਰਵਣ ਕੀਤੇ ਨੇ ਨਾ, ਕਿ ਇਹ ਕੋਈ ਬਾਲਕ ਆਮ ਬਾਲਕ ਨਹੀਂ, ਇਹ ਅਵਤਾਰ ਲੱਗ ਰਿਹਾ। ਤੇ ਹੁਣ ਪੰਡਿਤ ਹਰਦਿਆਲ ਜੀ ਆਪਣੇ ਮਨ ਦੇ ਵਿੱਚ ਵਿਚਾਰ ਕਰਦੇ ਨੇ ਕਿ ਜੇ ਬਾਲਕ ਮੇਰੀ ਅੰਤਰਜਾਮਤਾ ਨੂੰ ਸਮਝਣ, ਉਹ ਜਿਹੜਾ ਅੰਤਰਜਾਮੀ ਇਹ ਬਾਲਕ ਹੈ ਨਾ, ਮੇਰੇ ਹਿਰਦੇ ਦੀ ਗੱਲ ਨੂੰ ਸਮਝ ਜਾਵੇ ਤਾਂ ਕੁਝ ਇਸ ਬਾਲ ਰੂਪ ਦੇ ਵਿੱਚ ਹੀ ਮੈਨੂੰ ਕੁਝ ਨਾ ਕੁਝ ਕੌਤਕ ਕਰਕੇ ਦਿਖਾ ਦੇਵੇ, ਕੁਝ ਬਾਲ ਰੂਪ ਦੀ ਲੀਲਾ ਹੀ ਮੈਨੂੰ ਵਿਖਾ ਦੇਵੇ। ਹੇ ਦਿਆਲੂ, ਤੁਸੀਂ ਮੈਨੂੰ ਜਿਹੜਾ ਹੈ ਉਪਦੇਸ਼ ਦੇਵੋ। ਚੌਪਈ ਸਹਿਤ ਗਿਆਨ ਕੇ ਬੋਲੇ ਜਬ ਲੋ, ਰਾਖੋ ਇਹ ਸਰੀਰ ਮਮ ਤਬ ਲੋ। ਪੰਡਿਤ ਹਰਦਿਆਲ ਜੀ ਕਹਿੰਦੇ ਨੇ ਨਾ ਵੀ ਇਹ ਬਾਲਕ ਗਿਆਨ ਦੇ ਨਾਲ ਜੋ ਕੁਝ ਵੀ ਮੈਨੂੰ ਬੋਲੇਗਾ ਨਾ, ਤੇ ਮੈਂ ਜਦੋਂ ਤੱਕ ਜਿਉਂਦਾ ਰਵਾਂਗਾ ਮੈਂ ਇਸ ਗਿਆਨ ਨੂੰ ਆਪਣੇ ਜੀਵਨ ਦੇ ਵਿੱਚ ਪੱਕਾ ਕਰਾਂਗਾ, ਇਸ ਗਿਆਨ ਦੇ ਉੱਤੇ ਚੱਲਣਾ ਸ਼ੁਰੂ ਕਰਾਂਗਾ, ਇਸ ਵਿਚਾਰਧਾਰਾ ਨੂੰ ਆਪਣੇ ਜੀਵਨ ਦੇ ਵਿੱਚ ਉਦੋਂ ਤੱਕ ਅਪਣਾਈ ਰੱਖਾਂਗਾ ਜਦੋਂ ਤੱਕ ਮੈਂ ਸਰੀਰਕ ਤੌਰ ਦੇ ਉੱਤੇ ਇਸ ਧਰਤੀ ਦੇ ਉੱਤੇ ਹਾਂ। ਕਰਤ ਮਨੋਰਥ ਗਿਓ ਨਿਕੇਤਾ, ਜਪਤ ਨਾਮ ਅਪਵਰਗੇ ਹੇਤਾ। ਕਹਿੰਦੇ ਇਹ ਮਨੋਰਥ ਧਾਰ ਕੇ ਨਾ ਪੰਡਿਤ ਹਰਦਿਆਲ ਜੀ ਆਪਣੇ ਘਰ ਦੇ ਵਿੱਚ ਪਹੁੰਚ ਜਾਂਦੇ ਨੇ ਤੇ ਫਿਰ ਆਪਣੇ ਮੁਖੋਂ ਨਾਮ ਜਪਣਾ ਸ਼ੁਰੂ ਕਰ ਦਿੰਦੇ ਨੇ। ਤੇ ਪਛਾਤੇ ਬੀਤਿਓ ਕਾਲਾ, ਸਣੇ ਸਣੇ ਤਨ ਹੋਤ ਵਿਸਾਲਾ। ਤੇ ਕਹਿੰਦੇ ਉਸ ਪਿੱਛੋਂ ਫਿਰ ਕੁਝ ਸਮਾਂ ਗੁਜ਼ਰਦਾ ਗਿਆ, ਸਮਾਂ ਬਤੀਤ ਹੁੰਦਾ ਗਿਆ ਤੇ ਹੌਲੀ ਹੌਲੀ ਉਸ ਬਾਲਕ ਦੇ ਸਰੀਰ ਜਿਹੜਾ ਸੀ ਉਹ ਵੀ ਵੱਡਾ ਹੁੰਦਾ ਗਿਆ। ਭਾਵ ਧੰਨ ਗੁਰੂ ਨਾਨਕ ਸਾਹਿਬ ਜੀ ਦੀ ਉਮਰ ਵੀ ਜਿਹੜੀ ਹੈ ਉਹ ਹੌਲੀ ਹੌਲੀ ਵੱਧਦੀ ਜਾ ਰਹੀ ਹੈ। ਜਿਹ ਵਿਦ ਹਿਰਦੇ ਗਿਆਨ ਮੁਖੋ, ਨਿਤ ਪ੍ਰਤ ਬਦਤ ਦਵੈਤ ਹੱਥ ਦੁਖੋ। ਕਹਿੰਦੇ ਵੀ ਇਸ ਤਰ੍ਹਾਂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੀ ਉਮਰ ਦੇ ਵਿੱਚ ਵਾਧਾ ਹੋ ਰਿਹਾ। ਜਿਸ ਵਿਧੀ ਦੇ ਨਾਲ ਕੋਈ ਮਨੁੱਖ ਮੁਕਤੀ ਦਾ ਚਾਹਵਾਨ ਹੋਵੇ ਤੇ ਉਸ ਮੁਕਤੀ ਦੇ ਚਾਹਵਾਨ ਦੇ ਮਨੁੱਖ ਦੇ ਹਿਰਦੇ ਦੇ ਵਿੱਚ ਰੋਜ਼ਾਨਾ ਜਿਹੜਾ ਹੈ ਗਿਆਨ ਦਾ ਵਾਧਾ ਹੁੰਦਾ ਹੈ। ਹਰ ਰੋਜ਼ ਹੀ ਉਹ ਗਿਆਨ ਹਾਸਲ ਕਰਦਾ ਹੈ ਤੇ ਜੀਵਨ ਦੇ ਵਿੱਚ ਗਿਆਨ ਦਾ ਵਾਧਾ ਹੁੰਦਾ ਹੈ। ਇਸੇ ਤਰ੍ਹਾਂ ਕਹਿੰਦੇ ਵੀ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਉਮਰ ਦੇ ਨਾਲ ਸਰੀਰਕ ਤੌਰ ਦੇ ਉੱਤੇ ਵੀ ਵੱਧਦੇ ਜਾ ਰਹੇ ਨੇ। ਉਹਨਾਂ ਦਾ ਸਰੀਰ ਜਿਹੜਾ ਹੈ ਆਕਾਰ ਦੇ ਵਿੱਚ ਵੱਡਾ ਹੁੰਦਾ ਜਾ ਰਿਹਾ ਹੈ। ਅੱਜ ਤੱਕ ਦੇ ਇਸ ਅਧਿਆਇ ਦੇ ਵਿੱਚ
ਜਿਸ ਦਾ ਪ੍ਰਸੰਗ ਦਾ ਨਾਮ ਸੀ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦਾ ਨਾਮ ਧਰਨਾ। ਤੇ ਇਸ ਚੌਥੇ ਅਧਿਆਏ ਦੀ ਅੱਜ ਦੇ ਦੀਵਾਨਾਂ ਦੇ ਵਿੱਚ ਇੱਥੋਂ ਤੱਕ ਸਮਾਪਤੀ ਹੈ। ਅਸੀਂ ਹੁਣ ਤੱਕ ਦੇ ਦੀਵਾਨਾਂ ਦੇ ਵਿੱਚ ਪੰਡਿਤ ਹਰਦਿਆਲ ਜੀ, ਦਾਈ ਦੌਲਤਾ ਜੀ ਤੇ ਮਹਿਤਾ ਕਾਲੂ ਦਾਸ ਜੀ ਦੀ ਜੋ ਆਪਸ ਦੇ ਵਿੱਚ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਅਵਤਾਰ ਦੇ ਬਾਬਤ ਵਿਚਾਰ ਚਰਚਾ ਹੁੰਦੀ ਹੈ, ਉਹ ਸਾਰੀ ਵਿਚਾਰ ਅਸੀਂ ਸਰਵਣ ਕੀਤੀ ਹੈ। ਨਾਲ ਹੀ ਨਾਲ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਨਾਮਕਰਨ ਬਾਬਤ ਤੇ ਉਸ ਨਾਨਕ ਸ਼ਬਦ ਦੇ, ਨਾਨਕ ਪਦ ਦੇ ਅਰਥਾਂ ਦੇ ਬਾਬਤ ਵੀ ਸਾਂਝ ਪਾਈ ਹੈ। ਸੋ ਅਗਲੇਰਾ ਜੋ ਪ੍ਰਸੰਗ ਹੈ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੀ ਜਿਹੜੀ ਬਾਲ ਲੀਲਾ ਹੈ, ਬਾਲ ਬਚਪਨ ਦੇ ਜਿਹੜੇ ਕੌਤਕ ਨੇ, ਉਹ ਅਸੀਂ 5ਵੇਂ ਅਧਿਆਏ ਦੇ ਸਰੂਪ ਦੇ ਵਿੱਚ ਕੱਲ੍ਹ ਦੇ ਦੀਵਾਨਾਂ ਦੇ ਵਿੱਚ ਆਰੰਭ ਕਰਾਂਗੇ। ਹੁਣ ਤੱਕ ਦੇ ਦੀਵਾਨਾਂ ਦੀ ਚੌਥੇ ਅਧਿਆਏ ਦੀ ਇੱਥੇ ਸਮਾਪਤੀ ਹੈ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਫਤਿਹ ਪ੍ਰਵਾਨ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।